किरत कर्म के विछड़े, कर कृपा मेलो राम। चार कुंट दह दिस भ्रमे, थक आए प्रभ की साम। ਧੰਨ ਗੁਰੂ ਪਿਤਾ ਜੀ ਆਖਦੇ ਹਨ ਕਿ ਜਿਹੜੀ ਜੀਵ ਆਤਮਾ ਹੈ ਨਾ, ਉਸ ਮਾਲਕ ਤੋਂ ਅਨੰਤ ਜਨਮਾਂ ਤੋਂ ਵਿਛੜੀ ਪਈ ਹੈ। ਉਸ ਮਾਲਕ ਤੋਂ ਵਿਛੜ ਕੇ ਵਾਹਿਗੁਰੂ ਜੀ ਤੋਂ ਇਹ ਜੀਵ ਆਤਮਾ ਧੱਕੇ ਖਾਂਦੀ ਫਿਰਦੀ ਹੈ। ਇਹ ਥੱਕ ਗਈ ਹੈ, ਇਹਨੂੰ ਥਕਾਵਟ ਹੋ ਗਈ ਹੈ, ਇਹਦੇ ਵਿੱਚ ਕੋਈ ਸੱਤਾ ਨਹੀਂ ਰਹੀ, ਇਹਦੇ ਵਿੱਚ ਇੰਨੀ ਤਾਕਤ ਨਹੀਂ ਹੈ। ਇਹਦਾ ਮਨ ਇੰਨਾ ਕਮਜ਼ੋਰ ਹੋ ਗਿਆ ਹੈ, ਮਨੋਬਲ ਇੰਨਾ ਕਮਜ਼ੋਰ ਹੈ ਕਿ ਇਹ ਮਨ ਕਰਕੇ ਸੁਰਤ ਕਰਕੇ ਵਿਕਾਰਾਂ ਨਾਲ ਲੜ ਹੀ ਨਹੀਂ ਸਕਦਾ। ਇਹ ਵਿਕਾਰਾਂ ਨੂੰ, ਕਾਮ ਨੂੰ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਹਰਾ ਨਹੀਂ ਸਕਦਾ, ਕਿਉਂਕਿ ਇਹ ਆਤਮਿਕ ਪੱਖ ਦੇ ਉੱਪਰ ਬਹੁਤ ਕਮਜ਼ੋਰ ਹੋ ਗਿਆ। ਮਨੋਬਲ ਬੜਾ ਕਮਜ਼ੋਰ ਹੈ ਇਹਦਾ। ਇਸ ਕਰਕੇ ਜੀਵ ਆਤਮਾ ਥੱਕ ਗਈ ਹੈ। ਥੱਕੀ ਇਸ ਕਰਕੇ ਕਿਉਂਕਿ ਪਰਮਾਤਮਾ ਤੋਂ ਵਿਛੜੀ ਹੈ ਬਹੁਤ ਲੰਮੇ ਸਮੇਂ ਤੋਂ। ਅਨੰਤ ਜਨਮ ਬੀਤ ਗਏ, ਪਰਮਾਤਮਾ ਦੇ ਨਾਲ ਮਿਲਾਪ ਨਹੀਂ ਹੋਇਆ। ਜਦੋਂ ਦੀ ਪਰਮਾਤਮਾ ਤੋਂ ਵਿਛੜੀ ਹੈ ਜੀਵ ਆਤਮਾ, ਇਹ ਧੱਕੇ ਖਾਂਦੀ ਫਿਰਦੀ ਹੈ। ਕਦੇ ਇਹ 84 ਭੋਗਦੀ ਹੈ, ਫਿਰ ਮਨੁੱਖਾ ਜਾਮਾ ਲੈਂਦੀ ਹੈ, ਫਿਰ 84 ਵਿੱਚ ਜਾ ਕੇ ਡਿੱਗ ਪੈਂਦੀ ਹੈ, ਫਿਰ ਮਨੁੱਖਾ ਜਾਮਾ ਮਿਲਦਾ। ਇਸੇ ਤਰ੍ਹਾਂ ਦਾ ਚੱਕਰ ਲੱਗਾ ਹੈ। ਭਗਤ ਨਾਮਦੇਵ ਜੀ ਨੇ ਬੜੀ ਸੋਹਣੀ ਉਦਾਹਰਨ ਦਿੱਤੀ ਹੈ। ਭਗਤ ਨਾਮਦੇਵ ਜੀ ਆਖਦੇ ਹਨ, ਪਿੰਦੇ ਉਬਕਲੇ ਸੰਸਾਰਾ, ਭਰਮ ਭਰਮ ਆਏ ਤੁਮ ਚੇ ਦੁਬਾਰਾ। ਜਿਹੜੀ ਖੂਹ ਦੀ ਟਿੰਡ ਨਹੀਂ ਲੱਗੀ ਹੁੰਦੀ ਪਿੰਡਾਂ ਵਿੱਚ, ਚਲੋ ਅੱਜ ਕੱਲ੍ਹ ਨਹੀਂ ਹੈ, ਖੂਹ ਦੇ ਵਿੱਚ ਜਿਹੜੀਆਂ ਟਿੰਡਾਂ ਲੱਗੀਆਂ ਹਨ, ਟਿੰਡ ਦਾ ਕੰਮ ਹੈ ਪਾਣੀ ਭਰਦੀ ਹੈ, ਖੂਹ ਵਿੱਚੋਂ ਉੱਪਰ ਨੂੰ ਆਉਂਦੀ ਹੈ, ਖਾਲੀ ਕਰਕੇ ਫਿਰ ਖੂਹ ਵਿੱਚ ਚਲੀ ਜਾਂਦੀ ਹੈ। ਜੀਵ ਦਾ ਵੀ ਹਾਲ ਇਸੇ ਤਰ੍ਹਾਂ ਦਾ ਹੀ ਹੈ। ਜੀਵ ਜਦੋਂ ਜਨਮ ਲੈਂਦਾ ਨਾ, ਟੋਕਰਾ ਚੁੱਕ ਕੇ ਵੱਡਾ ਸਾਰਾ ਕਰਮਾਂ ਦਾ ਟੋਕਰਾ ਚੁੱਕ ਕੇ, ਬੀਜ ਭਾਰ ਚੁੱਕ ਕੇ ਇਸ ਸੰਸਾਰ 'ਤੇ ਜੀਵ ਆਤਮਾ ਆ ਜਾਂਦੀ ਹੈ। ਕਰਮਾਂ ਦਾ ਭੁਗਤਾਨ ਕਰਦੀ ਹੈ। ਕਰਮ ਇਹਦੇ ਖਤਮ ਨਹੀਂ ਹੁੰਦੇ, ਸਗੋਂ ਹੋਰ ਕਰਮ ਬਣਾ ਕੇ ਤੇ ਫਿਰ ਚਲੀ ਜਾਂਦੀ ਹੈ। ਪਹਿਲੇ ਕਰਮ ਖਤਮ ਨਹੀਂ ਸੀ ਹੋਏ, ਦੂਜੇ ਨਵੇਂ ਫਿਰ ਬਣ ਗਏ ਤੇ ਫਿਰ ਇਹਨੂੰ 84 ਭੋਗਣੀ ਪੈਂਦੀ ਹੈ, ਕਰਮਾਂ ਦਾ ਭੁਗਤਾਨ ਕਰਨਾ ਪੈਂਦਾ ਹੈ ਤੇ ਫਿਰ ਦੁਬਾਰਾ ਮਨੁੱਖਾ ਜਾਮਾ ਮਿਲਦਾ। ਫਿਰ ਦੁਬਾਰਾ ਮਨੁੱਖਾ ਜਾਮਾ ਮਿਲਿਆ, ਗੁਰੂ ਫਿਰ ਨਹੀਂ ਮਿਲਿਆ, ਗੁਰੂ ਦੀ ਸ਼ਰਨ ਫਿਰ ਨਹੀਂ ਪ੍ਰਾਪਤ ਹੋਈ। ਫਿਰ ਇਹਨੇ ਕਰਮਾਂ ਦਾ ਬੋਝ ਚੁੱਕਿਆ, ਤੇ ਫਿਰ ਕਰਮਾਂ ਦਾ ਬੋਝ ਚੁੱਕ ਕੇ ਫਿਰ ਉਸੇ ਤਰ੍ਹਾਂ ਨਰਕਾਂ ਦੀ ਅੱਗ ਵਿੱਚ ਜੀਵ ਆਤਮਾ ਫਿਰ ਡਿੱਗ ਪਈ। ਸਿਰਫ ਕਰਮਾਂ ਕਰਕੇ ਹੀ ਮਾਲਕ ਤੋਂ ਵਿਛੜਦੇ ਪਏ ਹਾਂ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਜੀਵ ਆਤਮਾ ਦੇ ਕੋਲ ਇੰਨੀ ਤਾਕਤ ਨਹੀਂ ਹੈ ਕਿ ਇਹ ਉਸ ਮਾਲਕ ਦੇ ਨਾਲ ਮਿਲਾਪ ਕਰ ਲਵੇ, ਆਪਣੇ ਨਿੱਜ ਘਰ ਨੂੰ ਪਹੁੰਚ ਜਾਵੇ, ਕਿਉਂਕਿ ਇਹ ਕਰਮਾਂ ਦਾ ਬੀਜ ਵੀ ਨਹੀਂ ਖਤਮ ਕਰ ਸਕਦੀ ਜੀਵ ਆਤਮਾ। ਇਹਦੇ ਕੋਲ ਇੰਨੀ ਸੱਤਾ ਹੈ ਹੀ ਨਹੀਂ। ਇਸ ਲਈ ਜੀਵ ਆਤਮਾ ਨਤਾਣੀ ਨਿਮਾਣੀ ਹੋ ਕੇ ਉਸ ਮਾਲਕ ਅੱਗੇ ਪੁਕਾਰ ਕਰਦੀ ਹੈ, ਪਾਤਸ਼ਾਹ ਮੇਰੇ ਵਿੱਚ ਥੋੜ੍ਹਾ ਕੋਈ ਤਾਕਤ ਹੈ, ਹੁਣ ਤੁਸੀਂ ਕਿਰਪਾ ਕਰੋ, ਤੁਸੀਂ ਕਿਰਪਾ ਕਰਕੇ ਮੈਨੂੰ ਆਪਣੇ ਨਾਲ ਮੇਲ ਲਵੋ। ਫਿਰ ਜਦੋਂ ਜੀਵ ਆਤਮਾ ਪੁਕਾਰ ਕਰਦੀ ਹੈ ਨਾ, ਫਿਰ ਮਾਲਕ ਨੂੰ ਇਹਦੇ 'ਤੇ ਤਰਸ ਆ ਜਾਂਦਾ ਹੈ। ਪਰਮੇਸ਼ਰ ਨੂੰ ਜਦੋਂ ਤਰਸ ਆਉਂਦਾ ਹੈ, ਫਿਰ ਇਹਨੂੰ ਸਤਿਗੁਰ ਦਾ ਸੰਗ ਮਿਲਦਾ ਹੈ। ਸਤਿਗੁਰ ਦਾ ਸੰਗ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਤੇ ਵੇਖੋ ਉਹ ਵੀ ਜੀਵ ਹਨ ਜਿਨ੍ਹਾਂ ਨੂੰ ਅਜੇ ਤੱਕ ਪਤਾ ਹੀ ਨਹੀਂ ਹੈ ਕਿ ਮਨੁੱਖਾ ਜਾਮਾ ਮਿਲਿਆ ਕਿਉਂ। ਜਿਹੜਾ ਅਜੇ ਤੱਕ ਬੇਖਬਰ ਹੈ ਮਨੁੱਖੇ ਜਾਮੇ ਦੇ ਮਨੋਰਥ ਤੋਂ, ਉਹ ਫਿਰ ਗੁਰੂ ਅੱਗੇ ਬੇਨਤੀ ਕਿਸ ਤਰ੍ਹਾਂ ਕਰੇਗਾ। ਉਹ ਆਉਂਦਾ ਤੇ ਜ਼ਰੂਰ ਹੈ ਗੁਰੂ ਦੇ ਕੋਲ, ਪਰ ਬੇਨਤੀ ਨਹੀਂ ਕਰਦਾ ਉਹਦੇ ਮਿਲਾਪ ਦੀ। ਉਹ ਇੱਥੋਂ ਦੀਆਂ ਬੇਨਤੀਆਂ ਕਰੀ ਜਾਂਦਾ ਹੈ ਕਿ ਮੈਨੂੰ ਸੰਸਾਰ ਦਾ ਹੋਰ ਸੁੱਖ ਮਿਲੇ, ਹੋਰ ਸੁੱਖ ਮਿਲੇ। ਜਦੋਂ ਅਸੀਂ ਮੰਗਦੇ ਹਾਂ ਨਾ ਸੰਸਾਰ ਦਾ ਸੁੱਖ, ਗੁਰੂ ਨੂੰ ਸਾਡੇ 'ਤੇ ਇੰਨਾ ਤਰਸ ਆਉਂਦਾ ਏ, ਇੰਨਾ ਤਰਸ ਆਉਂਦਾ ਹੈ ਗੁਰੂ ਨੂੰ ਸਾਡੇ 'ਤੇ। ਗੁਰੂ ਆਖਦਾ ਕਿ ਦੱਸ ਇਹਦੇ ਕਿੰਨੇ ਕਰਮ ਮਾੜੇ ਹਨ, ਇਹਨੂੰ ਅਜੇ ਤੱਕ ਨਹੀਂ ਸਮਝ ਪੈ ਰਹੀ ਕਿ ਮੈਂ ਕਰਮਾਂ ਕਰਕੇ ਤੇ ਵਿਛੜਦਾ ਪਿਆ। ਕਰਮਾਂ ਕਰਕੇ ਮੈਂ ਵਾਰ-ਵਾਰ ਜਿੰਨੇ ਵੀ ਜਨਮ ਲਿਆ ਸਿਰਫ ਇਸੇ ਸੰਸਾਰ ਦੇ ਸੁੱਖ ਮੰਗੇ ਆ। ਜਦੋਂ ਇਸ ਸੰਸਾਰ ਦੇ ਅਸੀਂ ਸੁੱਖ ਮੰਗਦੇ ਆ ਨਾ, ਉਹ ਕਰਮ ਬਣ ਜਾਂਦਾ। ਜਦੋਂ ਕਰਮ ਬਣਦਾ, ਫਿਰ ਕਰਮ ਦਾ ਭੁਗਤਾਨ ਕਰਨ ਵਾਸਤੇ ਸਾਨੂੰ ਫਿਰ ਮਨੁੱਖਾ ਦੇਹ ਹੀ ਲੈਣੀ ਪੈਂਦੀ ਹੈ,
ਕਿਉਂਕਿ ਜਿਹੜੀ ਚੀਜ਼ ਅਸੀਂ ਮੰਗੀ ਹੈ ਨਾ ਪਾਤਸ਼ਾਹ ਦੇ ਕੋਲੋਂ, ਉਹ ਤੁਹਾਨੂੰ ਮਿਲਣੀ ਹੈ। ਹੋ ਸਕਦਾ ਇਸ ਜਨਮ ਦੇ ਵਿੱਚ ਨਾ ਮਿਲੇ। ਜਿਹੜੀ ਚੀਜ਼ ਤੁਸੀਂ ਮੰਗੀ ਹੈ ਉਹ ਤੁਹਾਨੂੰ ਮਿਲਣੀ ਹੈ, ਕਿਉਂਕਿ ਕਰਮ ਲਿਖਿਆ ਗਿਆ ਹੈ ਕਿ ਆਹ ਦਾਤ ਮੰਗੀ ਹੈ, ਇਹਨੂੰ ਦੇਣੀ ਹੈ। ਤੇ ਹੁਣ ਤੁਹਾਨੂੰ ਉਹ ਦਾਤ ਲੈਣ ਵਾਸਤੇ ਫਿਰ ਮੁੜ ਵਾਪਸ ਆਉਣਾ ਪਵੇਗਾ। ਤੁਸੀਂ ਜਿੰਨਾ ਕੁਝ ਮੰਗੋਗੇ ਉਹ ਸਾਰਾ ਕੁਝ ਨੋਟ ਹੋ ਰਿਹਾ ਹੈ, ਇਹ ਮੰਗਦਾ, ਇਹਨੂੰ ਦੇਣਾ ਹੈ। ਹੁਣ ਤੁਸੀਂ ਆਪ ਅੰਦਾਜ਼ਾ ਲਾਓ ਤੁਸੀਂ ਕਿੰਨਾ ਕੁਝ ਮੰਗਿਆ ਹੋਵੇਗਾ। ਤੁਸੀਂ ਜਿੰਨਾ ਕੁਝ ਮੰਗਿਆ ਹੈ ਤੁਹਾਨੂੰ ਉਹ ਮਿਲਣਾ ਹੈ, ਤੇ ਉਹ ਲੈਣ ਵਾਸਤੇ ਤੁਹਾਨੂੰ ਕਈ ਜਨਮਾਂ ਜੇ ਹੋਰ ਲੈਣੇ ਪੈਣਗੇ ਹੋਰ। ਤੇ ਅਸੀਂ ਇਸੇ ਜਨਮ ਦੇ ਵਿੱਚ ਪਰੇਸ਼ਾਨ ਹੋ ਗਏ ਹਾਂ, ਇਸੇ ਜਨਮ ਦੇ ਵਿੱਚ। ਹੁਣ ਕਿਹੜਾ ਮਨੁੱਖ ਹੈ ਜਿਹੜਾ ਪਰੇਸ਼ਾਨ ਨਹੀਂ? ਕਿਹੜਾ ਮਨੁੱਖ ਹੈ ਜਿਹੜਾ ਦੁੱਖ ਨਹੀਂ ਭੋਗਦਾ? ਸਾਰੇ ਦੁੱਖ ਭੋਗਦੇ ਹਨ। ਕਿਸੇ ਨੂੰ ਚਿੰਤਾ ਦਾ ਰੋਗ ਲੱਗਾ ਏ, ਵੱਡੇ ਵੱਡੇ ਜੋ ਦੀਸੈ ਲੋਗ ਤਿਨ ਕੋ ਵਿਆਪੈ। ਚਿੰਤਾ ਰੋਗ ਸਤਿਗੁਰ ਦੀ ਬਾਣੀ ਆਖਦੀ ਹੈ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸੰਸਾਰ ਦਾ ਕੋਈ ਐਸਾ ਜੀਵ ਨਹੀਂ ਜਿਹੜਾ ਦੁੱਖ ਨਹੀਂ ਭੋਗਦਾ। ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਹੀ ਦੁੱਖ ਭੋਗਦਾ ਪਿਆ, ਸਾਰਾ ਪਰ ਸਾਨੂੰ ਇਹ ਨਹੀਂ ਪਤਾ ਕਿ ਸੁੱਖ ਕਿਹੜਾ ਹੈ। ਅਸੀਂ ਦੁੱਖ ਹੀ ਮੰਗ ਰਹੇ ਹਾਂ ਅਸਲ ਵਿੱਚ। ਜਿਹੜਾ ਸੰਸਾਰ ਦੀਆਂ ਕਾਮਨਾ ਅਸੀਂ ਸਤਿਗੁਰ ਅੱਗੇ ਰੱਖਦੇ ਹਾਂ ਨਾ, ਅਸਲ ਵਿੱਚ ਸੁੱਖ ਥੋੜ੍ਹਾ ਮੰਗਦੇ, ਅਸੀਂ ਦੁੱਖ ਹੀ ਮੰਗਦੇ ਪਏ ਹਾਂ। ਸੁੱਖ ਮੰਗਤ ਦੁੱਖ ਆਗੇ ਆਵੇ। ਤੁਸੀਂ ਸੁੱਖ ਮੰਗਦੇ ਹੋ, ਪਾਤਸ਼ਾਹ ਆਖਦਾ ਹੈ ਤੁਸੀਂ ਸੁੱਖ ਥੋੜ੍ਹਾ ਮੰਗਦੇ ਹੋ। ਉਹ ਭਾਈ ਤੂੰ ਤੇ ਜਨਮ ਮਰਨ ਦੀ ਜਿਹੜੀ ਭਟਕਣਾ ਹੈ ਉਹ ਮੰਗਦਾ ਪਿਆ। ਤੇ ਫਿਰ ਸੁੱਖ ਕੀ ਹੈ? ਸੁੱਖ ਹੈ ਉਸ ਈਸ਼ਵਰ ਦਾ ਮਿਲਾਪ, ਉਸ ਮਾਲਕ ਦਾ ਮਿਲਾਪ। ਅਸਲ ਵਿੱਚ ਸਾਨੂੰ ਜਿਹੜੀ ਇਹ ਦੇਹੀ ਮਿਲੀ ਹੈ ਨਾ, ਇਹ ਖਾਣ ਪੀਣ ਵਾਸਤੇ ਨਹੀਂ ਮਿਲੀ ਜਾਂ ਸੰਸਾਰ ਦੇ ਭੋਗ ਕਰਨ ਵਾਸਤੇ ਨਹੀਂ ਮਿਲੀ। ਪਾਤਸ਼ਾਹ ਨੇ ਗੁਰਬਾਣੀ ਵਿੱਚ ਆਖਿਆ, ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਵਾਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ। ਗੁਰੂ ਨਾਨਕ ਸਾਹਿਬ ਆਖਦੇ ਹਨ ਸੰਸਾਰ ਦੇ ਲੋਕਾਂ ਨੂੰ ਮਾਲਕ ਭੁੱਲ ਗਿਆ। ਹੁਣ ਤੁਸੀਂ ਆਖੋਗੇ ਅਸੀਂ ਤੇ ਰੋਜ਼ ਆਉਂਦੇ ਹਾਂ ਗੁਰਦੁਆਰੇ, ਸਾਨੂੰ ਤੇ ਚੇਤੇ ਹੈ। ਨਹੀਂ, ਉਹ ਥੋੜ੍ਹਾ ਚੇਤੇ ਹੈ। ਚੇਤਾ ਉਦੋਂ ਹੋਵੇਗਾ ਜਦੋਂ ਤੁਹਾਡੇ ਅੰਦਰ ਮਿਲਾਪ ਦੀ ਤੜਫ ਬਣ ਜਾਵੇਗੀ ਕਿ ਮੈਂ ਉਹਦੇ ਨਾਲ ਮਿਲਾਪ ਕਰਨਾ ਹੈ, ਉਸ ਮਾਲਕ ਨਾਲ। ਬਾਣੀ ਨੂੰ ਪੜ੍ਹ ਕੇ, ਰੋਜ਼ ਕਥਾ ਸੁਣ ਕੇ, ਰੋਜ਼ ਸਤਸੰਗ ਕਰਕੇ ਸਾਨੂੰ ਇਸ ਗੱਲ ਦੀ ਸੋਝੀ ਹੋ ਜਾਣੀ ਚਾਹੀਦੀ ਹੈ। ਸਾਡਾ ਇਹ ਨਿਸ਼ਚਾ ਹੋ ਜਾਣਾ ਚਾਹੀਦਾ ਹੈ ਕਿ ਮੈਂ ਇਸ ਦੁੱਖ ਭਰੇ ਸੰਸਾਰ ਵਿੱਚੋਂ ਨਿਕਲਣਾ ਹੈ। ਸਰੀਰ ਵੀ ਦੁੱਖਾਂ ਦਾ ਘਰ ਹੈ, ਕਿੰਨਾ ਦੁੱਖ ਹੈ ਸਰੀਰ ਵਿੱਚ। ਇਸ ਲਈ ਮੈਂ ਇਸ ਦੇਹੀ ਵਿੱਚੋਂ ਨਿਕਲਣਾ ਹੈ। ਮੈਂ ਇਸ ਦੇਹੀ ਵਿੱਚ ਅਗਲੇ ਜਨਮ ਦੇ ਵਿੱਚ ਨਹੀਂ ਆਉਣਾ। ਮੈਂ ਇਸ ਸੰਸਾਰ ਵਿੱਚ ਨਹੀਂ ਆਉਣਾ ਚਾਹੁੰਦਾ ਜਿੱਥੇ ਕਲੇਸ਼ ਹੀ ਕਲੇਸ਼ ਹੈ, ਜਿੱਥੇ ਬਦਨਾਮੀ ਹੈ, ਜਿੱਥੇ ਬੇਵਫਾਈ ਹੈ। ਇੱਕ ਦੂਜੇ ਦੇ ਨਾਲ ਅਸੀਂ ਬੇਵਫਾਈ, ਧੋਖੇ, ਧੜੇਬਾਜ਼ੀਆਂ ਕਰਦੇ ਹਾਂ। ਇੱਥੇ ਇਹੀ ਕੁਝ ਹੈ, ਇੱਥੇ ਬਿਲਕੁਲ ਵੀ ਇਨਸਾਫ ਨਹੀਂ ਹੈਗਾ। ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ, ਭੱਜ ਦੌੜ ਕਰ ਲਈਏ, ਸਰਕਾਰਾਂ ਗਾੜੀ ਰੋਈਏ ਆਪਾਂ, ਇੱਥੇ ਇਨਸਾਫ ਬਿਲਕੁਲ ਵੀ ਨਹੀਂ, ਕਿਉਂਕਿ ਇਹ ਝੂਠਾ ਦੇਸ਼ ਹੈ। ਇੱਥੋਂ ਦੇ ਰਾਜੇ ਵੀ ਝੂਠੇ ਹਨ, ਇਹ ਦੇਸ਼ ਝੂਠਾ ਹੈ, ਸਾਰਾ ਕੁੱਲ ਆਲਮ ਝੂਠਾ ਹੈ, ਇੱਕ ਨਿਰੰਕਾਰ ਨੂੰ ਛੱਡ ਕੇ। ਪਾਤਸ਼ਾਹ ਨੇ ਆਸਾ ਦੀ ਵਾਰ ਵਿੱਚ ਆਖਿਆ, ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ। ਇੱਥੇ ਜਿਹੜਾ ਵੀ ਕੁਰਸੀ ਤੇ ਬੈਠੇਗਾ ਉਹਨੇ ਝੂਠਾ ਹੋ ਜਾਣਾ ਹੈ। ਉਹਨੇ ਤੁਹਾਡੇ ਨਾਲ ਵਾਅਦਾ ਕੁਝ ਹੋਰ ਕਰਨਾ ਹੈ, ਬਾਅਦ ਵਿੱਚ ਉਹਨੇ ਮੁੱਕਰ ਜਾਣਾ ਹੈ, ਕਿਉਂਕਿ ਇਹ ਸੰਸਾਰ ਝੂਠਾ ਹੈ। ਸਾਰਾ ਸੰਸਾਰ ਕੁੱਲ ਆਲਮ ਝੂਠਾ ਹੈ। ਭਾਵੇਂ ਹਿੰਦੁਸਤਾਨ ਵਿੱਚ ਨਿਕਲ ਕੇ ਇੰਗਲੈਂਡ, ਕੈਨੇਡਾ, ਅਮਰੀਕਾ ਚਲੇ ਜਾਓ, ਉੱਥੇ ਕਿਹੜਾ ਇਨਸਾਫ ਸਾਨੂੰ ਨਹੀਂ ਮਿਲਦਾ। ਉੱਥੇ ਵੀ ਬੇਈਮਾਨੀ ਚੱਲਦੀ ਹੈ, ਉੱਥੇ ਵੀ ਧੋਖਾ, ਬੇਵਫਾਈ ਉੱਥੇ ਵੀ ਹੈ, ਕਿਉਂਕਿ ਇਹ ਸੰਸਾਰ ਝੂਠਾ ਹੈ। ਤੇ ਪਾਤਸ਼ਾਹ ਸਾਨੂੰ ਇਸ ਝੂਠੇ ਸੰਸਾਰ ਵਿੱਚੋਂ ਕੱਢਣਾ ਚਾਹੁੰਦੇ ਹਨ ਤੇ ਸਾਨੂੰ ਉਸ ਸੱਚੇ ਦੇਸ਼ ਵਿੱਚ ਲੈ ਕੇ ਜਾਣਾ ਚਾਹੁੰਦੇ ਹਨ ਜਿੱਥੇ ਆਨੰਦ ਹੈ, ਜਿੱਥੇ ਸੁੱਖ ਹੈ। ਇਸ ਲਈ ਇੱਕ ਜੀਵ ਆਤਮਾ ਨਾ ਸਤਿਗੁਰੂ ਅੱਗੇ ਪੁਕਾਰ ਕਰਦੀ ਹੈ, ਪਾਤਸ਼ਾਹ ਮੈਨੂੰ ਮੇਲ ਲਵੋ, ਮੈਂ ਤੁਹਾਡੇ ਤੋਂ ਵਿਛੜਿਆ ਪਿਆ। ਤੇ ਮਿਲਾਪ ਪਤਾ ਕਿਸ ਤਰ੍ਹਾਂ ਹੋਵੇਗਾ? ਉਸ ਈਸ਼ਵਰ ਦਾ, ਬ੍ਰਹਮ ਦਾ ਮਿਲਾਪ ਕਰਨ ਵਾਸਤੇ ਸਾਨੂੰ
ਗੁਰੂ ਦੀ ਲੋੜ ਪੈਂਦੀ ਹੈ। ਗੁਰੂ ਉਹ ਜਿਹੜਾ ਗਿਆਨੀ ਗੁਰੂ ਹੋਵੇ। ਗਿਆਨੀ ਗੁਰੂ ਦੀ ਪਹਿਚਾਣ ਪਤਾ ਕੀ ਹੈ? ਗਿਆਨੀ ਗੁਰੂ ਦੀ ਪਹਿਚਾਣ ਹੈ ਜੋ ਤੁਹਾਨੂੰ ਉਸ ਬ੍ਰਹਮ ਨਾਲ, ਉਸ ਈਸ਼ਵਰ ਨਾਲ, ਨਾਮ ਨਾਲ ਜੋੜਦਾ, ਨਾ ਕਿ ਆਪਣੀ ਦੇਹੀ ਨਾਲ ਜੋੜਦਾ ਹੈ। ਤੁਹਾਨੂੰ ਆਪਣੀ ਦੇਹੀ ਨਾਲ ਨਹੀਂ ਜੋੜੇਗਾ। ਉਹ ਤੁਹਾਨੂੰ ਆਖੇਗਾ ਕਿ ਨਾਮ ਜਪ ਕੇ ਉਸ ਬ੍ਰਹਮ ਦੇ ਵਿੱਚ ਧਿਆਨ ਲਾਉਣਾ ਹੈ, ਨਾ ਕਿ ਇਸ ਪੰਜ ਭੂਤਕ ਦੇਹ ਦਾ ਧਿਆਨ ਕਰਨਾ। ਆਪਣੀ ਦੇਹ ਦੀ ਪੂਜਾ ਨਹੀਂ ਕਰਵਾਉਣੀ। ਇਸ ਲਈ ਖਬਰਦਾਰ ਹੋ ਜਾਣਾ ਚਾਹੀਦਾ ਹੈ ਸਾਨੂੰ। ਜੇ ਤੁਹਾਨੂੰ ਕੋਈ ਐਸਾ ਗੁਰੂ, ਕੋਈ ਐਸਾ ਸੰਤ ਮਿਲ ਜਾਵੇ ਜਿਹੜਾ ਆਖੇ ਕਿ ਮੇਰੀ ਦੇਹੀ ਦਾ ਧਿਆਨ ਕਰੋ, ਮੈਂ ਤੁਹਾਨੂੰ ਆਪਣੇ ਆਪ ਸੱਚਖੰਡ ਲੈ ਜਾਵਾਂਗਾ, ਕਿਉਂਕਿ ਸਰੀਰ ਤੇ ਮਾਇਆ ਹੈ। ਸਰੀਰ ਮਾਇਆ ਹੈ। ਗੁਰੂ ਦਾ ਵੀ ਜਿਹੜਾ ਸਰੀਰ ਹੈ ਉਹ ਵੀ, ਗੁਰੂ ਦਾ ਸਰੀਰ ਵੀ ਮਾਇਆ ਦਾ ਸਰੀਰ ਹੈ, ਕਿਉਂਕਿ ਸਰੀਰ ਹੈ ਹੀ ਮਾਇਆ ਦਾ। ਇਸ ਲਈ ਗੁਰੂ ਜਿਹੜਾ ਹੈ ਉਹ ਮਾਇਆ ਤੋਂ ਬਿਲਕੁਲ ਨਿਰਲੇਪ ਹੈ। ਪਰ ਫਰਕ ਇਤਨਾ ਕਿ ਗੁਰੂ ਦੇ ਸਰੀਰ ਵਿੱਚ, ਸਾਡੇ ਸਰੀਰ ਵਿੱਚ ਥੋੜ੍ਹਾ ਜਿਹਾ ਫਰਕ ਹੈ, ਕਿਉਂਕਿ ਗੁਰੂ ਉਸ ਬ੍ਰਹਮ ਦਾ ਰੂਪ ਹੋ ਚੁੱਕਾ ਹੈ। ਅਸੀਂ ਅਜੇ ਬ੍ਰਹਮ ਤੱਕ ਨਹੀਂ ਪਹੁੰਚੇ। ਗੁਰੂ ਨੇ ਜੇ ਦੇਹੀ ਧਾਰਨ ਕੀਤੀ ਹੈ, ਉਹ ਸਾਡੇ ਵਾਸਤੇ ਮਜਬੂਰੀ ਵਸ ਹੋ ਕੇ ਗੁਰੂ ਨੇ ਦੇਹੀ ਧਾਰਨ ਕੀਤੀ ਹੈ, ਕਿਉਂਕਿ ਅਸੀਂ ਉਸ ਨਿਰੰਕਾਰ ਨੂੰ, ਬ੍ਰਹਮ ਨੂੰ ਭੁੱਲ ਗਏ ਹਾਂ। ਇਸ ਲਈ ਗੁਰੂ ਸਾਡੇ ਵਰਗਾ ਬਣ ਕੇ ਸਾਡੇ ਵਿੱਚ ਆ ਕੇ ਸਾਨੂੰ ਸਮਝਾਉਂਦਾ ਹੈ। ਤੇ ਜੇ ਕੋਈ ਗੁਰੂ ਆਖੇ ਕਿ ਮੇਰੇ ਸਰੀਰ ਦਾ ਧਿਆਨ ਕਰੋ, ਮੇਰੇ ਸਰੀਰ ਦੀ ਪੂਜਾ ਕਰੋ, ਜਦੋਂ ਮੈਂ ਆਵਾਂ ਮੇਰੇ ਸਿਰ ਤੇ ਫੁੱਲ ਸੁੱਟਿਆ ਕਰੋ, ਜਦੋਂ ਮੈਂ ਤੁਹਾਡੇ ਘਰ ਆਵਾਂ ਮੇਰੇ ਪੈਰਾਂ ਵਿੱਚ ਵੀ ਫੁੱਲ ਸੁੱਟੋ। ਜੇ ਤੁਹਾਨੂੰ ਕੋਈ ਐਸਾ ਸੰਤ ਮਿਲ ਜਾਂਦਾ ਨਾ, ਤੇ ਭੁੱਲ ਕੇ ਵੀ ਸੰਗਤ ਨਹੀਂ ਕਰਨੀ, ਕਿਉਂਕਿ ਖਬਰਦਾਰ ਤੁਹਾਡਾ ਨੁਕਸਾਨ ਹੋ ਸਕਦਾ ਹੈ। ਪੂਰਨ ਸੰਤ, ਪੂਰਨ ਗੁਰੂ ਉਹ ਹੈ ਜਿਹੜਾ ਗਿਆਨੀ ਹੋਵੇ। ਗਿਆਨੀ ਗੁਰੂ ਦੀ ਨਿਸ਼ਾਨੀ ਹੈ, ਉਹਨੇ ਤੁਹਾਨੂੰ ਬ੍ਰਹਮ ਨਾਲ ਜੋੜਨਾ ਹੈ। ਉਹਨੇ ਤੁਹਾਡਾ ਬ੍ਰਹਮ ਦੇ ਵਿੱਚ ਧਿਆਨ ਲਾਉਣਾ, ਨਾ ਕਿ ਆਪਣੀ ਦੇਹੀ ਦੇ ਵਿੱਚ। ਜਿੰਨੇ ਸਮੇਂ ਤੱਕ ਸਾਨੂੰ ਐਸਾ ਗਿਆਨੀ ਗੁਰੂ ਨਹੀਂ ਮਿਲ ਜਾਂਦਾ, ਐਸਾ ਗਿਆਨੀ ਸੰਤ ਨਸੀਬ ਨਹੀਂ ਹੋ ਜਾਂਦਾ, ਓਨੇ ਸਮੇਂ ਤੱਕ ਬ੍ਰਹਮ ਦੇ ਨਾਲ ਮਿਲਾਪ ਨਹੀਂ ਹੋਵੇਗਾ ਜੀ। ਅਗਲਾ ਬਚਨ ਹੈ ਪਾਤਸ਼ਾਹ ਦਾ, ਧੇਨ ਦੁੱਧੈ ਤੇ ਬਾਹਰੀ ਕਿਤੈ ਨ ਆਵੈ ਕਾਮ, ਜਲ ਬਿਨ ਸਾਖ ਕੁੰਭਲਾਵਤੀ ਉਪਜੈ ਨਾਹੀ ਦਾਮ, ਹਰ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ। ਜਿਹੜੀ ਮੱਝ ਜਾਂ ਜਿਹੜੀ ਗਾਈ ਦੁੱਧ ਨਹੀਂ ਨਾ ਦਿੰਦੀ, ਉਹਨੂੰ ਅਸੀਂ ਫੰਡਰ ਆਖਦੇ ਹਾਂ। ਉਹਨੂੰ ਆਪਾਂ ਛੱਡ ਵੀ ਦਿੰਦੇ ਹਾਂ। ਆ ਗਲੀਆਂ ਵਿੱਚ ਵੇਖਿਆ ਨਾ ਆਪਾਂ, ਘੁੰਮਦੀਆਂ ਹਨ ਅਵਾਰਾ ਗਾਈਆਂ, ਮੱਝਾਂ, ਕਿੰਨੇ ਡੰਗਰ ਘੁੰਮਦੇ ਹਨ। ਕਿਉਂ? ਕਿਉਂਕਿ ਫੰਡਰ ਹਨ, ਇਹ ਦੁੱਧ ਨਹੀਂ ਦਿੰਦੇ। ਉਹ ਜਿਹੜੀ ਗਾਂ, ਜਿਹੜੀ ਮੱਝ ਦੁੱਧ ਨਹੀਂ ਦੇ ਸਕਦੀ, ਉਹ ਕਿਤੇ ਕੰਮ ਨਹੀਂ ਆਉਂਦੀ। ਧੇਨ ਦੁੱਧੈ ਤੇ ਬਾਹਰੀ ਕਿਤੈ ਨ ਆਵੈ ਕਾਮ। ਇਸੇ ਤਰ੍ਹਾਂ ਜੇ ਆਪਾਂ ਫਸਲ ਬੀਜੀ ਹੈ ਤੇ ਜੇ ਉਹਦੇ ਵਿੱਚ ਆਪਾਂ ਪਾਣੀ ਨਾ ਲਾਇਆ, ਉਹ ਜਿਹੜੀ ਫਸਲ ਹੈ ਉਹਦਾ ਨੁਕਸਾਨ ਹੋ ਜਾਵੇਗਾ। ਇਸੇ ਤਰ੍ਹਾਂ ਧੰਨ ਗੁਰੂ ਪਿਤਾ ਜੀ ਆਖਦੇ ਹਨ ਕਿ ਆ ਜੋ ਸਾਨੂੰ ਦੇਹੀ ਪ੍ਰਾਪਤ ਹੋਈ ਹੈ, ਦੇਹੀ ਪ੍ਰਾਪਤ ਕਰਕੇ ਜੇ ਅਸੀਂ ਉਸ ਮਾਲਕ ਦੀ ਪ੍ਰਾਪਤੀ ਦੀ ਇੱਛਾ ਮਨ ਵਿੱਚ ਨਾ ਬਣਾਈ, ਕਿਸੇ ਗਿਆਨੀ ਗੁਰੂ ਦੀ ਜਾਂ ਕਿਸੇ ਗਿਆਨੀ ਸੰਤ ਦੀ ਸੰਗਤ ਨਾ ਕੀਤੀ, ਉਸ ਬ੍ਰਹਮ ਦੀ ਉਪਾਸਨਾ, ਉਹਦੇ ਉਪਾਸ਼ਕ ਨਾ ਬਣੇ, ਸਾਨੂੰ ਆਪਣੇ ਜੀਵਨ ਦਾ ਮਨੋਰਥ ਨਾ ਸਮਝਾਇਆ, ਤੇ ਆ ਸਰੀਰ ਵੀ ਫਿਰ ਫੰਡਰ ਹੀ ਹੈ। ਫੰਡਰ ਹੈ ਸਰੀਰ, ਕਿਤੇ ਕੰਮ ਦਾ ਨਹੀਂ। ਫਿਰ ਇਹਦੀ ਤੁਲਨਾ ਕੀਤੀ ਹੈ ਜਾਨਵਰਾਂ ਦੇ ਨਾਲ। ਇਹਦੀ ਤੁਲਨਾ ਜਾਨਵਰਾਂ ਦੇ ਨਾਲ, ਪਸ਼ੂਆਂ ਦੇ ਨਾਲ ਗੁਰੂ ਸਾਹਿਬ ਨੇ ਕੀਤੀ ਹੈ ਜੀ। ਅਗਲਾ ਬਚਨ ਹੈ, ਜਿਤ ਘਰ ਹਰ ਕੰਤਨਾ ਪ੍ਰਗਟਈ, ਭਾਠ ਨਗਰ ਸੇ ਗ੍ਰਾਮ, ਸਰਬ ਸਿੰਗਾਰ ਤੰਬੋਲ ਰਸ, ਸਣ ਦੇਹੀ ਸਭ ਖਾਮ, ਪ੍ਰਭ ਸੁਆਮੀ ਕੰਤ ਮਿਹੂਣੀਆਂ, ਮੀਤ ਸੱਜਣ ਸਭ ਜਾਮ। ਧੰਨ ਗੁਰੂ ਪਿਤਾ ਜੀ ਆਖਦੇ ਹਨ, ਵੇਖੋ ਆ ਜਿਹੜਾ ਸਰੀਰ ਹੈ ਨਾ, ਇਹਦੇ ਵਿੱਚ ਮਾਲਕ ਰਹਿੰਦਾ ਹੈ, ਤੇ ਜੇ ਇਸ ਸਰੀਰ ਵਿੱਚੋਂ ਮਾਲਕ ਪ੍ਰਗਟ ਨਾ ਹੋਇਆ, ਉਹਦੀ ਪ੍ਰਾਪਤੀ ਨਾ ਕੀਤੀ, ਫਿਰ ਇਹ ਸਰੀਰ ਉਸੇ ਤਰ੍ਹਾਂ ਤਪੇਗਾ ਜਿਸ ਤਰ੍ਹਾਂ ਭੱਠਾ ਤਪਦਾ ਹੈ। ਭੱਠੇ ਦੇ ਨੇੜੇ ਵੀ ਨਹੀਂ ਜਾਇਆ ਜਾਂਦਾ ਗਰਮੀ ਦੇ ਵਿੱਚ, ਇੰਨਾ ਤਪਦਾ ਹੈ। ਇਸੇ ਤਰ੍ਹਾਂ ਜੇ ਇਸ ਦੇਹੀ ਨੂੰ ਧਾਰਨ ਕਰਕੇ ਇਸ ਦੇਹੀ ਦਾ ਮਨੋਰਥ ਨਾ ਸਮਝਿਆ, ਉਸ ਮਾਲਕ ਦੇ ਮਾਰਗ ਤੇ ਨਾ ਤੁਰੇ, ਇਹ ਦੇਹੀ ਵੀ ਪਰ ਭੱਠੇ ਵਾਂਗੂ ਤਪੇਗੀ, ਇਹਦੇ ਵਿੱਚ ਵਿਕਾਰਾਂ ਦੀ ਅੱਗ ਛਿੜ ਜਾਵੇਗੀ,
ਅੱਗ ਵਿਕਾਰਾਂ ਦੀ ਛਿੜੇਗੀ, ਫਿਰ ਸਾਨੂੰ ਵਾਰ-ਵਾਰ ਉਸ ਮਾਲਕ ਤੋਂ ਵਿਛੜਨਾ ਪਵੇਗਾ ਤੇ ਜਾਮਪੁਰੀ ਦੇ ਵਿੱਚ ਜਾਣਾ ਪਵੇਗਾ। ਅਗਲਾ ਬਚਨ ਹੈ ਪਾਤਸ਼ਾਹ ਦਾ, ਪ੍ਰਭ ਸੁਆਮੀ ਕੰਤ ਮੇ ਹੋਣੀਆਂ, ਮੀਤ ਸੱਜਣ ਸਭ ਜਾਮ, ਨਾਨਕੀ ਬੇਨੰਤੀਆਂ ਕਰ ਕਿਰਪਾ ਦੀਜੈ ਨਾਮ, ਹਰ ਮੇਲੋ ਸੁਆਮੀ ਸੰਗ ਪ੍ਰਭ, ਜਿਸ ਕਾ ਨਿਹਚਲ ਤਾਮ। ਇਸ ਪੰਕਤੀ ਦੇ ਵਿੱਚ ਗੁਰੂ ਪਾਤਸ਼ਾਹ ਨੇ ਆਖਿਆ ਕਿ ਆਪਣੇ ਮਾਲਕ ਅੱਗੇ, ਸਤਿਗੁਰੂ ਅੱਗੇ ਬੇਨਤੀ ਕਰਿਆ ਕਰੋ ਕਿ ਪਾਤਸ਼ਾਹ ਮੈਂ ਆਪਣੇ ਕਰਮਾਂ ਕਰਕੇ ਉਸ ਮਾਲਕ ਤੋਂ ਵਿਛੜਿਆ ਤੇ ਹੁਣ ਤੁਸੀਂ ਮੇਰਾ ਮਿਲਾਪ ਕਰਵਾ ਸਕਦੇ ਹੋ। ਸਤਿਗੁਰੂ ਹੀ ਮਿਲਾਪ ਕਰਵਾ ਸਕਦਾ, ਹੋਰ ਦੂਜਾ ਕੋਈ ਸਾਡਾ ਉਹਦੇ ਨਾਲ ਮਿਲਾਪ ਨਹੀਂ ਕਰਵਾ ਸਕਦਾ। ਸਤਿਗੁਰੂ ਉਹ ਜਿਹੜਾ ਗਿਆਨੀ ਹੋਵੇ, ਪੂਰਨ ਗਿਆਨੀ, ਜਿਹਨੂੰ ਬ੍ਰਹਮ ਦਾ ਪੂਰਨ ਗਿਆਨ ਹੋਵੇ, ਜਿਹੜਾ ਆਪ ਬ੍ਰਹਮ ਤੱਕ ਪਹੁੰਚਿਆ ਹੋਵੇ ਤੇ ਸਾਨੂੰ ਵੀ ਲੈ ਜਾਵੇ, ਐਸੇ ਗੁਰੂ ਦੀ ਪਾਤਸ਼ਾਹ ਨੇ ਗੱਲ ਕੀਤੀ ਹੈ ਜੀ। ਸੋ ਅਗਲੇ ਬੰਦ ਦੀ ਵਿਚਾਰ ਕਰੀਏ। ਪਾਤਸ਼ਾਹ ਨੇ ਆਖਿਆ, ਚੇਤ ਗੋਬਿੰਦ ਆਰਾਧੀ ਹੈ, ਹੋਵੇ ਆਨੰਦ ਕਣਾ, ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਪਣਾ। ਵੇਦਾਂਤਾਂ ਦੇ ਵਿੱਚ ਇੱਕ ਜ਼ਿਕਰ ਆਉਂਦਾ ਹੈ, ਬਚਨ ਹੈ ਵੇਦਾਂਤਾਂ ਦਾ, ਸਤਿਅਮ ਸ਼ਿਵਮ ਸੁੰਦਰਮ, ਕਿ ਉਹ ਜੋ ਬ੍ਰਹਮ ਹੈ ਨਾ ਉਹ ਸਤ ਹੈ, ਸਤ ਸਰੂਪ ਹੈ। ਤੇ ਫਿਰ ਸਤਿਅਮ ਸ਼ਿਵਮ, ਸ਼ਿਵਮ ਆਖਦੇ ਹਨ ਜੋ ਸਦਾ ਕਾਇਮ ਰਹਿਣ ਵਾਲਾ ਹੈ। ਇੱਥੇ ਕਈਆਂ ਨੂੰ ਟਪਲਾ ਪੈ ਜਾਂਦਾ ਹੈ। ਟਪਲਾ ਇਹ ਪੈ ਗਿਆ, ਕਈ ਆਖਦੇ ਹਨ ਸ਼ਿਵ ਜੀ ਦਾ, ਮਹਾਦੇਵ ਦਾ ਨਾਮ ਲਿਆ। ਨਹੀਂ, ਪਾਤਸ਼ਾਹ ਨੇ ਇਹਦਾ ਨਿਰਣਾ ਕੀਤਾ ਚੌਪਈ ਸਾਹਿਬ ਦੇ ਅੰਦਰ, ਮਹਾਦੇਵ ਕੋ ਕਹਿਤ ਸਦਾ ਸੇਵ, ਨਿਰੰਕਾਰ ਕਾ ਚੀਨਤ ਨਹੀਂ ਭੇਵ। ਸੰਸਾਰ ਦੇ ਲੋਕ ਇੰਨੇ ਅਗਿਆਨੀ ਹਨ, ਇਹਨਾਂ ਦੀ ਬੁੱਧੀ ਇੰਨੀ ਮੋਟੀ ਹੈ, ਇਹ ਮਹਾਦੇਵ ਨੂੰ, ਜਿਹੜਾ ਡਮਰੂ ਵਜਾਉਂਦਾ ਹੈ, ਜਿਹਦੇ ਕੋਲ ਤਰਸ਼ੂਲ ਹੈ, ਜਿਹਦੇ ਗਲੇ ਵਿੱਚ ਸੱਪ ਹੈ, ਉਹਨੂੰ ਮਹਾਦੇਵ ਆਖਦੇ ਹਨ। ਤੇ ਇਹਨਾਂ ਦੀ ਬੁੱਧੀ ਇੰਨੀ ਮੋਟੀ ਹੈ, ਐਡੀ ਮੱਤ ਖੋਟੀ ਹੈ, ਉਹ ਸ਼ਿਵ ਜੀ, ਮਹਾਦੇਵ ਨੂੰ ਲੋਕੀ ਸ਼ਿਵ ਕਹਿੰਦੇ ਹਨ, ਪਰ ਮਹਾਦੇਵ ਸ਼ਿਵ ਥੋੜ੍ਹਾ ਹੈ। ਸ਼ਿਵ ਹੈ ਜਿਹੜਾ ਨਿਰੰਕਾਰ ਹੈ, ਤੇ ਉਸ ਨਿਰੰਕਾਰ ਦਾ ਸਾਨੂੰ ਤਿਲ ਮਾਤਰ ਵੀ ਗਿਆਨ ਨਹੀਂ ਪਤਾ ਕਿ ਉਹ ਨਿਰੰਕਾਰ ਕੌਣ ਹੈ, ਉਹ ਪਰਮ ਜੋਤ ਹੈ। ਇਸ ਲਈ ਪਾਤਸ਼ਾਹ ਨੇ ਆਖਿਆ, ਸ਼ਿਵਮ ਉਹ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ, ਤੇ ਉਹਦਾ ਤੀਜਾ ਸਰੂਪ ਹੈ ਸੁੰਦਰਮ। ਸਤਿਅਮ ਸ਼ਿਵਮ ਸੁੰਦਰਮ, ਉਹ ਜਿਹੜਾ ਬ੍ਰਹਮ ਹੈ ਨਾ ਉਹ ਸਤ ਸਰੂਪ ਹੈ, ਉਹ ਸਦਾ ਕਾਇਮ ਰਹਿਣ ਵਾਲਾ ਸ਼ਿਵਮ ਸਰੂਪ ਹੈ, ਤੇ ਬੜਾ ਸੋਹਣਾ ਹੈ, ਸੁੰਦਰ ਸਰੂਪ ਹੈ, ਤੇ ਆਨੰਦ ਸਰੂਪ ਹੈ ਜੀ। ਤੇ ਜੇ ਅਸੀਂ ਉਸ ਮਾਲਕ ਨਾਲ, ਬ੍ਰਹਮ ਨਾਲ ਜੁੜ ਜਾਵਾਂਗੇ, ਫਿਰ ਉਸ ਸਤ ਸਰੂਪ, ਆਨੰਦ ਸਰੂਪ ਤੇ ਅਨਾਦ ਸਰੂਪ, ਸੁੰਦਰ ਸਰੂਪ, ਸ਼ਿਵਮ ਸਰੂਪ ਦੇ ਨਾਲ ਸਾਡਾ ਮਿਲਾਪ ਹੋ ਜਾਵੇਗਾ ਜੀ। ਜਿਨ ਪਾਇਆ ਪ੍ਰਭ ਆਪਣਾ, ਆਏ ਤਿਸ ਹੈ ਗਣਾ, ਇੱਕ ਖਿਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਣਾ। ਜਿਨ੍ਹਾਂ ਨੇ ਫਿਰ ਇਹ ਗੁਰੂ ਸਾਹਿਬ ਦਾ ਬਚਨ ਮੰਨ ਕੇ ਤੇ ਉਸ ਬ੍ਰਹਮ ਦਾ ਮਾਰਗ ਅਪਣਾ ਲਿਆ, ਉਹਨਾਂ ਦਾ ਇਸ ਸੰਸਾਰ ਤੇ ਆਉਣਾ ਸਫਲ ਹੈ। ਉਹਨਾਂ ਦੀ ਦੇਹ ਵੀ ਸਫਲ ਹੋ ਗਈ, ਉਹਨਾਂ ਦਾ ਇੱਥੇ ਆਉਣਾ ਵੀ ਸਫਲ ਹੋ ਗਿਆ ਹੈ ਜੀ। ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਬਣਾ, ਸੋ ਪ੍ਰਭ ਚੇਤਨਾ ਆਵੇ ਕਿਤੜਾ ਦੁੱਖ ਗਣਾ। ਜੋ ਬ੍ਰਹਮ ਜਲ ਥਲ ਦੇ ਵਿੱਚ ਸਮਾਇਆ ਹੈ, ਕਣ ਕਣ ਦੇ ਵਿੱਚ ਜਿਹਦੀ ਜੋਤ ਸਮਾਈ ਹੈ, ਜਿੰਨੇ ਸਮੇਂ ਤੱਕ ਅਸੀਂ ਉਹਦੇ ਨਾਲ ਜੁੜ ਨਹੀਂ ਜਾਂਦੇ, ਸਾਨੂੰ ਦੁੱਖ ਹੀ ਦੁੱਖ ਪ੍ਰਾਪਤ ਹੁੰਦਾ ਰਹੇਗਾ। ਇਸ ਲਈ ਕਿੱਡਾ ਵੱਡਾ ਦੁੱਖ ਲੱਗਾ ਹੈ ਸਾਨੂੰ ਕਿ ਅਸੀਂ ਉਸ ਮਾਲਕ ਤੋਂ, ਵਾਹਿਗੁਰੂ ਤੋਂ ਵਿਛੜੇ ਹਾਂ, ਉਹਦੇ ਨਾਲੋਂ ਬੇਮੁਖ ਹੋ ਰਹੇ ਹਾਂ ਜੀ। ਜਿਨੀ ਰਾਵਿਆ ਸੋ ਪ੍ਰਭੂ, ਤਿੰਨਾ ਭਾਗ ਮਣਾ, ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨਾ ਚੇਤ ਮਲਾਏ, ਸੋ ਪ੍ਰਭੂ ਤਿਸ ਕੈ ਪਾਏ ਲੱਗਾ। ਅਖੀਰ ਦੇ ਵਿੱਚ ਗੁਰੂ ਪਾਤਸ਼ਾਹ ਨੇ ਆਖਿਆ ਹੈ, ਇੱਕ ਜਗਿਆਸੂ ਦੀ ਨਿਆਈ ਆਪਣੇ ਗਿਆਨੀ ਸਤਿਗੁਰੂ ਅੱਗੇ ਬੇਨਤੀ ਕਰਦਾ ਹੈ, ਸਿੱਖ ਪਾਤਸ਼ਾਹ ਜੀ, ਉਸ ਮਾਲਕ ਦੇ ਦਰਸ਼ਨਾਂ ਨੂੰ ਮੇਰਾ ਮਨ ਬੜਾ ਲੋਚਦਾ ਹੈ, ਮੈਨੂੰ ਉਹਦੇ ਦਰਸ਼ਨਾਂ ਦੀ ਪਿਆਸ ਲੱਗੀ ਹੈ, ਤੁਸੀਂ ਕਿਰਪਾ ਕਰੋ ਕਿ ਮੇਰਾ ਉਸ ਬ੍ਰਹਮ ਦੇ ਨਾਲ ਮਿਲਾਪ ਹੋ ਜਾਵੇ ਜੀ। ਬ੍ਰਹਮ ਦੇ ਨਾਲ ਮਿਲਾਪ ਤਾਂ ਹੋਵੇਗਾ, ਗੁਰੂ ਪਾਤਸ਼ਾਹ ਨੇ ਸਾਨੂੰ ਚੇਤ ਦੇ ਮਹੀਨੇ ਵਿੱਚ ਸਮਝਾਇਆ ਹੈ ਕਿ ਆਪਣੇ ਸਤਿਗੁਰ ਦੇ ਚਰਨਾਂ ਵਿੱਚ ਲੱਗ ਜਾਓ,
ਸਤਿਗੁਰ ਦੀ ਸ਼ਰਨ ਵਿੱਚ ਆ ਜਾਓ, ਗੁਰੂ ਨਾਨਕ ਦੀ ਸ਼ਰਨਾਗਤੀ ਕਰ ਲਵੋ। ਜਦੋਂ ਅਸੀਂ ਗੁਰੂ ਨਾਨਕ ਦੀ ਸ਼ਰਨਾਗਤੀ ਕਰ ਲਵਾਂਗੇ, ਸਾਡਾ ਉਸ ਮਾਲਕ ਦੇ ਨਾਲ ਮਿਲਾਪ ਹੋ ਜਾਵੇਗਾ।